श्री नानक पात पंकज बंदन बग पंकज बंदन सिमरो अंगद दुख निकंदन अमरदास गुर श्री गुरु रामदास गुण गाऊं। गुर अर्जन बिगनन के नाशक बिगनन के नाशक श्री गुरु हरगोबिंद शोक समाप्त प्रकाशक श्री हर राय नमो हर जोरी नमो कर जोरी श्री हर कृष्ण गुर तेग बहादुर परम कृपाला वाहिगुरु परम कृपाला श्री गुरु गोबिंद सिंह विशाला निरंकारा सतगुरु तेह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। संगत सब एक बार ही दौड़ दौड़ नर आए। दीर्घ दर्शन सतगुरु देह दर्श दिखाए। वाहिगुरु जी का खालसा वाहिगुरु जी की फतेह। साहिब कमाल कलगीधर दशमेश पिता अमृत के दाते शमशीरे बहादुर सरबंस दानी संत सिपाही आनंदपुर दे वासी धन धन गुरु गोबिंद सिंह साहिब पावन पवित्र जिन्हां दे इतिहासक स्थान ते प्यार भावना नाल गुर इतिहास सिख इतिहास बाबाणियां कहानियां लड़ीवार प्रकरण अंदर सांझ बनाउंदियां श्री गुरप्रताप सूरज ग्रंथ विचों धन 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 गुरु तेग बहादुर साहब सच्चे पातशाह का जीवन इतिहास साझा कर रहे हैं। इतिहास नूं वर्णन किया है कवि राज कवि संतोख सिंह चूड़ामणी ने, जिन्हां ने गुरु पातशाह दे दीदारां दा आनंद सारी लोकाई नूं वंडिया है। भाई मक्खण शाह जी ने समय नूं संभालदियां मेरी पीरी दे सतगुरु साहिब सतगुरु धन धन गुरु तेग बहादुर साहब सच्चे पातशाह, जिन्हां ने
ਬਚਨ ਮੰਨਣ ਕੀਤੇ ਹਨ ਪਿਤਾ ਗੁਰੂ ਦੇ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਉਹ ਮਹਾਨ ਸ਼ਖਸੀਅਤ ਹਨ ਜੋ ਅਕਾਲ ਤਖਤ ਦੇ ਰਚੈਤਾ ਹਨ, ਭਗਤੀ ਨਾਲ ਸ਼ਕਤੀ ਨੂੰ ਜੋੜਨ ਵਾਲੇ ਹਨ। ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਹਨ। ਤਿਨਾਂ ਦੇ ਪੰਜਾਂ ਪੁੱਤਰਾਂ ਵਿੱਚੋਂ ਲਾਡਲੇ ਸਭ ਤੋਂ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦਾ ਇਤਿਹਾਸ ਸਾਂਝਾ ਕਰ ਰਹੇ ਹਾਂ ਕਿ ਜਿਨ੍ਹਾਂ ਨੇ ਏਡਾ ਵੱਡਾ ਪਰਉਪਕਾਰ ਕੀਤਾ। ਭਾਈ ਮੱਖਣ ਸ਼ਾਹ ਦੇ ਡੁੱਬਦੇ ਬੇੜੇ ਨੂੰ ਬੰਨੇ ਲਾ ਕੇ, ਮੋਢਾ ਲਾ ਕੇ ਭਾਵ ਪ੍ਰਗਟ ਕੀਤਾ ਕਿ ਗੁਰੂ ਆਪਣੇ ਸਿੱਖਾਂ ਦੇ ਕਾਰਜ ਵਿੱਚ ਆਪ ਮਦਦਗਾਰ ਹੁੰਦੇ ਨੇ, ਕਾਰਜ ਰਾਸ਼ ਕਰਦੇ ਨੇ। ਆਓ ਨਵੇਂ ਪ੍ਰਸੰਗ ਦੀ ਵਿਚਾਰ ਮਨ ਹਿਰਦੇ ਵਿੱਚ ਵਸਾਈਏ। ਸਮੂਹ ਮਾਈ ਭਾਈ ਸੰਗਤ ਹਾਜ਼ਰੀ ਲਵਾਓ। ਉਚਾਰਨ ਕਰਕੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ, ਸਤਿਨਾਮ ਸ਼੍ਰੀ ਵਾਹਿਗੁਰੂ। ਸੰਗਤ ਸਭ ਇੱਕ ਵਾਰ ਹੀ ਦੌੜ ਦੌੜ ਨਰ ਆਏ। ਦੀਰਘ ਦਰਸ਼ਨ ਸਤਿਗੁਰੂ ਦਹਿ ਦਰਸ਼ ਦਿਖਾਏ। ਜਦੋਂ ਭਾਈ ਮੱਖਣ ਸ਼ਾਹ ਜੀ ਨੇ ਸਤਿਗੁਰੂ ਨੂੰ ਪ੍ਰਗਟ ਕੀਤਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਪੁੱਛਿਆ ਸੀ, ਤੁਹਾਨੂੰ ਕੀ ਸਵਾਰਥ ਹੈ? ਉਸ ਸਮੇਂ ਕਿਹਾ ਸੀ, ਪਾਤਸ਼ਾਹ ਸਾਨੂੰ ਸਵਾਰਥ ਨਹੀਂ, ਸਾਡਾ ਤਾਂ ਕਾਰਜ ਸੰਪੂਰਨ ਹੋ ਗਿਆ। ਮੈਂ ਚੁੱਪ ਕਰਕੇ ਵੀ ਘਰੇ ਜਾ ਸਕਦਾ ਸਾਂ, ਪਰ ਇਸ ਵਿੱਚ ਮੇਰਾ ਪਰਉਪਕਾਰ ਹੈ ਜੋ ਆਪ ਜੀ ਨੇ ਮੈਨੂੰ ਬਿਰਤੀ ਦਿੱਤੀ, ਸੁਰਤੀ ਦਿੱਤੀ, ਇਹ ਮੈਂ ਪਰਉਪਕਾਰ ਕਰ ਚੱਲਿਆ। ਭਾਈ ਮੱਖਣ ਸ਼ਾਹ ਜੀ ਨੇ ਨਵੀਨ ਦਸਤਾਰ, ਨਵੀਂ ਪੁਸ਼ਾਕ ਸਤਿਗੁਰੂ ਨੂੰ ਪਹਿਨਾ ਕੇ ਸੋਹਣੇ ਸੁੰਦਰ ਤਖਤ ਤੇ ਬਿਰਾਜਮਾਨ ਕੀਤਾ। ਚੌਰ ਸਾਹਿਬ ਸੇਵਾਦਾਰ ਨੇ ਕੀਤਾ। ਸੰਗਤ ਆਉਣ ਲੱਗੀ, ਜਥਾ ਜੋਗ ਭੇਟਾਂ ਅਰਪਣ ਹੋਈਆਂ। ਭਾਈ ਮੱਖਣ ਸ਼ਾਹ ਜੀ ਨੇ ਗੁਰੂ ਲਾਧੋ ਰੇ ਦਾ ਜਦੋਂ ਹੋਕਾ ਦਿੱਤਾ ਤਾਂ ਵੱਡੀ ਗਿਣਤੀ ਵਿੱਚ ਸੰਗਤਾਂ ਬਕਾਲੇ ਦੀਆਂ ਗੁਰੂ ਤੇਗ ਬਹਾਦਰ ਸਾਹਿਬ ਦਾ ਦਰਸ਼ਨ ਕਰਦੇ ਹਨ। ਵਸਤਰ ਬਹੁਤ ਜਿਨ ਮੂਲ ਉਧਾਰੇ, ਧਰੀ ਅਸ਼ਰਫੀ ਗੁਰੂ ਅਗਾਰੇ। ਸਭ ਤੋਂ ਪਹਿਲਾਂ ਦਸਵੰਧ ਦੀ ਭੇਟ ਲਿਆਏ ਭਾਈ ਮੱਖਣ ਸ਼ਾਹ। ਭਾਈ ਮੱਖਣ ਸ਼ਾਹ ਪਾਸੋਂ ਮੰਗਿਆ ਸੀ ਗੁਰੂ ਨੇ, ਕਿਹਾ ਸੀ ਗੁਰ ਮਰਿਆਦਾ ਹੀ ਇਹ ਹੈ, ਤੂੰ ਦਸਵੰਧ ਦੀ ਭੇਟਾ ਲਿਆ। ਕਲਗੀਧਰ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠੇ ਹਾਂ। 52 ਕਵੀਆਂ ਵਿੱਚੋਂ ਸਿਰਮੌਰ ਕਵੀ ਭਾਈ ਨੰਦ ਲਾਲ ਜੀ ਲਿਖਦੇ ਨੇ, ਦਸਵੰਧ ਨੈ ਦੇਵਈ ਝੂਠ ਬੋਲ ਜੋ ਖਾਏ, ਕਹੇ ਨੰਦ ਸਿੰਘ ਲਾਲ ਜੀ ਸਿੱਧਾ ਜਾਮਪੁਰ ਜਾਏ। ਮਹਾਰਾਜ ਨੇ ਦਸਵੰਧ ਦੇਣ ਦੀ ਮਰਿਆਦਾ ਪੱਕੀ ਸਿੱਖ ਦੇ ਜੀਵਨ ਵਿੱਚ ਕਰ ਦਿੱਤੀ। ਇੱਥੇ ਵੀ ਭਾਈ ਮੱਖਣ ਸ਼ਾਹ ਨੇ ਪਹਿਲਾਂ ਦਸਵੰਧ ਦੀ ਭੇਟਾ ਚਰਨਾਂ ਵਿੱਚ ਰੱਖੀ ਹੈ। ਦੇਖ ਦੇਖ ਸਿੱਖ ਚੌਪ ਧਰਨ ਤੇ, ਆਲੀ ਅਪਾਇਨ ਨਿਜ ਅਰਪੰਤੇ। ਹਰ ਇੱਕ ਸਿੱਖ ਆਪਣੇ ਕਿਰਤ ਕਮਾਈ ਨੂੰ ਸਫਲਾ ਕਰਦਾ ਹੋਇਆ ਭੇਟਾ ਲਿਆ ਕੇ ਗੁਰੂ ਚਰਨਾਂ ਵਿੱਚ ਅਰਪਣ ਕਰਦੇ ਹਨ ਤੇ ਨੇਤਰਾਂ ਨਾਲ ਦੀਦਾਰ ਕਰਦੇ ਹਨ। ਨੇਤਰ ਸ਼ਾਂਤ ਹੁੰਦੇ ਹਨ। ਪੰਚ ਅੰਮ੍ਰਿਤ ਕੋ ਲਿਆਈ ਕਰਾਏ, ਕੋ ਅਰਪਤ ਹੈ ਵਸਤਰ ਸੁਹਾਏ। ਹੁਣ ਭਾਵਨਾ ਵਾਲੇ ਕੜਾਹ ਪ੍ਰਸ਼ਾਦੀ ਦੇਗ ਬਣਾ ਕੇ ਲਿਆਏ। ਕੋਈ ਸੱਚੇ ਪਾਤਸ਼ਾਹ ਦੇ ਵਸਤਰ ਭੇਟਾ ਕਰਨ ਵਾਸਤੇ ਲਿਆਇਆ। ਕਿਤਕ ਰਜਤਪਨ ਲਿਆਈ ਚੜਾਵੇ, ਪਸ਼ਮੰਬਰ ਕੋਲੇ ਹਰ ਪਾਵੇ। ਪਿਆਰ ਵਾਲੇ ਕੋਈ ਰਜਤਪਨ ਭਾਵ ਰੁਪਈਏ ਭੇਟਾ ਕਰਦੇ ਨੇ, ਕੋਈ ਪਸ਼ਮੰਬਰ ਦੇ ਵਸਤਰ ਭੇਟ ਕਰਦਾ। ਭਈ ਭੀਰ ਬੋ ਨਰ ਕੀ ਆਏ, ਬੰਧਨ ਕਰੇ ਬਦਨ ਦਰਸਾਏ। ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦੀ
ਗਹਿਮਾ ਗਹਿਮੀ ਹੋ ਗਈ, ਇਕੱਤਰਤਾ ਹੋ ਗਈ, ਵੱਡਾ ਇਕੱਠ ਹੋ ਗਿਆ। ਗੁਰੂ ਦੇ ਚਰਨ ਪਰਸਦੇ, ਗੁਰੂ ਦੇ ਬਦਨ ਦਰਸਾਏ, ਪ੍ਰਤੱਖ ਦਰਸ਼ਨ ਹੁੰਦੇ ਤੇ ਜੀਵਨ ਸੁਚੱਜਾ ਹੋ ਜਾਂਦਾ। ਜੀਵਨ ਦੇ ਵਿੱਚ ਆਨੰਦ ਤੇ ਪਰਮ ਸੁਖ ਮਿਲਦਾ। ਜੈ ਸਤਿਗੁਰ ਕੇਰੀ, ਸਭ ਕੀ ਮਹਿਮਾ ਅਦਕ ਵਡੇਰੀ। ਸਭ ਨੇ ਅੱਜ ਮਹਿਮਾ ਕੀਤੀ, ਧੰਨ ਸਤਿਗੁਰੂ, ਧੰਨ ਸਤਿਗੁਰੂ, ਧੰਨ ਸਤਿਗੁਰੂ ਪਰਉਪਕਾਰੀ ਹਨ। ਸ਼੍ਰੀ ਨਾਨਕ ਕੀ ਜੋਤ ਆਧਾਰਾ, ਅਬ ਤਿਸ ਕੇ ਤੁਮ ਰਹੋ ਆਧਾਰਾ। ਉਸ ਸਮੇਂ ਸਤਿਕਾਰ ਪਿਆਰ ਵਿੱਚ ਸਾਰੇ ਕਹਿੰਦੇ ਕਿ ਗੁਰੂ ਨਾਨਕ ਦੀ ਜੋਤ ਦੇ ਇਹ ਪਰਉਪਕਾਰੀ ਸਤਿਗੁਰੂ ਹਨ। ਇਹਨਾਂ ਦਾ ਅਧਿਕਾਰ ਖੇਤਰ ਹੈ। ਕਿਉਂ? ਬਾਕੀ ਬਾਈਆਂ ਨੇ ਕਿਸੇ ਦੀ ਨਿਸ਼ਾ ਨਹੀਂ ਕਰਾਈ, ਕਿਸੇ ਨੂੰ ਸ਼ਾਂਤੀ ਨਹੀਂ ਬਖਸ਼ੀ, ਕਿਸੇ ਨੂੰ ਮਨ ਦਾ ਟਿਕਾਓ ਨਹੀਂ ਦਿੱਤਾ, ਕਿਸੇ ਨੇ ਗੋਬਿੰਦ ਗੋਬਿੰਦ ਨਹੀਂ ਗਾਇਆ, ਕਿਸੇ ਨੂੰ ਰੱਬ ਨਹੀਂ ਚੇਤੇ ਆਇਆ। ਮਿਲੇ ਜ਼ਰੂਰ ਆ, ਪਰ ਉਹਨਾਂ ਦਾ ਮਿਲਣਾ ਕੋਈ ਮਿੱਤਰਤਾ ਵਾਲਾ ਮਿਲਣਾ ਨਹੀਂ ਸੀ। ਸਤਿਗੁਰੂ ਗੁਰਬਾਣੀ ਵਿੱਚ ਵੀ ਕਹਿੰਦੇ ਪਏ ਨੇ ਨਾ, ਮਿੱਤਰ ਕਿਹਨੂੰ ਬਣਾਉਣਾ ਐ ਸਿੱਖਾ, ਤੂੰ ਮਿੱਤਰ ਕਿਹਨੂੰ ਬਣਾਉਣਾ? ਪਤਾ ਹੈ ਤੈਨੂੰ? ਜੇ ਤੂੰ ਬਾਣੀ ਪੜ੍ਹੀ ਹੋਵੇਗੀ, ਬਾਣੀ ਵਿਚਾਰੀ ਹੋਏਗੀ, ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਿਆ ਹੋਵੇਗਾ, ਫਿਰ ਤੈਨੂੰ ਪਤਾ ਲੱਗੇਗਾ ਮੈਂ ਮਿੱਤਰ ਕਿਸ ਨੂੰ ਬਣਾਉਣਾ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ। ਹਉ ਟੁੰਡੇਂਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕੇ। ਐਵੇਂ ਜਣੇ ਖਣੇ ਨੂੰ ਮਿੱਤਰ ਨਾ ਬਣਾਈ। ਹਾਂ, ਜਣਾ ਖਣਾ ਮਿੱਤਰ ਤੇਰਾ ਬਣਨ ਦੀ ਕੋਸ਼ਿਸ਼ ਕਰੇਗਾ, ਬਣਾ ਲਵੀਂ, ਪਰ ਆਪਣੀ ਜਿਹੜੀ ਸੱਚੀ ਮਿੱਤਰਤਾ ਹੈ ਨਾ, ਉਹ ਕੇਵਲ ਤੇ ਕੇਵਲ ਸਤਿਗੁਰੂ ਨਾਲ ਬਣਾ। ਸਤਿਗੁਰੂ ਤੇਰਾ ਮਿੱਤਰ ਹੈ। ਸਤਿਗੁਰ ਮਿੱਤਰ ਮੇਰਾ ਬਾਲ ਸਖਾਈ, ਹਉ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ। ਗੁਰਦੇਵ ਕਹਿੰਦੇ ਮੇਰੇ ਮਿੱਤਰਾਂ ਵਿੱਚੋਂ ਸੱਚਾ ਮਿੱਤਰ ਸਤਿਗੁਰੂ ਮਿੱਤਰ ਹੈ, ਜਿਸ ਨੂੰ ਦੇਖ ਲਈਏ ਤੇ ਦੁਰਮਤ ਚਲੀ ਜਾਂਦੀ, ਅਗਿਆਨਤਾ ਚਲੀ ਜਾਂਦੀ, ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ, ਗੁਰੂ ਦਾ ਪ੍ਰਕਾਸ਼ ਹਿਰਦੇ ਵਿੱਚ ਹੋ ਜਾਂਦਾ। ਬਹੁਤਾਤ ਹੋਣਗੇ ਜਿਨ੍ਹਾਂ ਨੇ ਯਤਨ ਕੀਤਾ, ਕਹਿੰਦੇ ਜੀ ਅਸੀਂ ਗੁਰੂ ਦਾ ਪ੍ਰਕਾਸ਼ ਘਰੇ ਕਰ ਲਿਆ। ਕਿਵੇਂ? ਅਗਲੇ ਪਾਸੇ ਬਲਬ ਲਾ ਲਿਆ ਤੇ ਉਸ ਦੇ ਸਾਹਮਣੇ ਤਸਵੀਰ ਲਾ ਕੇ ਬਲਬ ਜਗਾ ਦਿੱਤਾ, ਕਹਿੰਦੇ ਸਾਰੇ ਘਰ ਵਿੱਚ ਸਤਿਗੁਰੂ ਦਾ ਪ੍ਰਕਾਸ਼ ਹੋ ਗਿਆ। ਨਹੀਂ ਸਿੱਖੋ, ਇੱਦਾਂ ਪ੍ਰਕਾਸ਼ ਗੁਰੂ ਦਾ ਨਹੀਂ ਹੋਣਾ। ਗੁਰੂ ਦਾ ਪ੍ਰਕਾਸ਼ ਗੁਰੂ ਦੇ ਗਿਆਨ ਨਾਲ ਹੋਣਾ, ਗੁਰੂ ਦਾ ਬਚਨ ਮੰਨਣ ਨਾਲ ਹੋਣਾ, ਗੁਰੂ ਦਾ ਬਚਨ ਨਾਲ ਨਾਲ ਰਹੇਗਾ। ਗੁਰੂ ਤੇ ਚੇਲੇ ਦੀ ਸੰਧ ਖਤਮ ਕੀਤੀ ਹੈ ਮਹਾਰਾਜ ਨੇ। ਆਪੇ ਗੁਰ ਚੇਲਾ ਹੈ ਆਪੇ, ਆਪੇ ਹਰ ਪ੍ਰਭ ਚੋਜ ਵਿਡਾਨੀ। ਇਤਿਹਾਸ ਨੂੰ ਅੱਗੇ ਤੋਰੀਏ। ਸਤਿਕਾਰ ਵਾਲੇ ਪਿਆਰ ਵਾਲੇ ਸਿੱਖ ਅੱਜ ਮਹਿਮਾ ਕਰਦੇ ਨੇ। ਅੱਜ ਕਹਿੰਦੇ ਨੇ ਪ੍ਰਕਾਸ਼ਮਈ ਜੋਤ ਜਗ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਬਾਣੀ ਉਚਾਰ ਰਹੇ ਨੇ। ਤੇ ਬਾਣੀ ਦਾ ਇੱਕ ਇੱਕ ਅੱਖਰ ਗਿਆਨਮਈ ਹੈ, ਧਿਆਨਮਈ ਹੈ, ਰਹੱਸਮਈ ਹੈ। ਸਮੁੱਚੀ ਬਾਣੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਡੇ ਲਈ ਪ੍ਰੇਰਨਾ ਹੈ। ਸਿੱਖਿਅਨ ਸਕਲ ਕਾਮਨਾ ਜੋਈ, ਤਿਨ ਕੇ ਨਿਰਵਾਹ ਖਤਮ ਹੋਈ। ਪਿਆਰੇ ਸਿੱਖ ਬੇਨਤੀ ਕਰਦੇ ਮਹਾਰਾਜ, ਸਾਰੇ ਸਿੱਖਾਂ ਦੀਆਂ ਆਪ ਕਾਮਨਾ ਇੱਦਾਂ ਹੀ ਪੂਰੀਆਂ ਕਰੋਗੇ ਜਿਵੇਂ ਭਾਈ ਮੱਖਣ ਸ਼ਾਹ ਦੀ ਕਾਮਨਾ ਪੂਰੀ ਕੀਤੀ। ਉਸ ਦੀ ਅਰਦਾਸ ਸੁਣੀ ਗਈ। ਅੱਜ ਮਹਾਰਾਜ ਸਾਡੀ ਵੀ ਅਰਦਾਸ ਸੁਣੋ, ਸਾਡਾ ਵੀ ਨਿਰਵਾਹ ਹੋਵੇ। ਦੁਰੇ ਰਹੇ ਨ ਦਰਸ਼ ਦਿਖਾਵਾ, ਕਿਵ ਸ਼ਿਵ ਸਕੇ ਭਾਨ ਉਦਤਾਵਾ। ਗੁਰੂ ਜੀ ਤੁਸੀਂ ਛੁਪੇ ਰਹਿ, ਕਿਉਂ ਛੁਪੇ ਰਹਿ? ਕਿਉਂ ਨਹੀਂ ਦਰਸ਼ਨ ਦਿੱਤਾ ਹੁਣ ਤੱਕ? ਪਾਤਸ਼ਾਹ ਜਿਵੇਂ ਸੂਰਜ ਬੱਦਲਾਂ ਉੱਲੇ ਛੁਪ ਜਾਏ, ਪਰ ਬੱਦਲ ਬਹੁਤੀ ਦੇਰ ਟਿਕਦਾ ਨਹੀਂ। ਤੇ ਸਾਹਿਬ ਨੇ ਇਸੇ ਕਰਕੇ ਕਿਹਾ, ਜਿਉਂ ਬਾਦਰ ਕੀ ਛਾਇਆ,
ਬੱਦਲਾਂ ਦੀ ਛਾਂ ਨਹੀਂ ਟਿਕਦੀ, ਆਖਰਕਾਰ ਸੂਰਜ ਦਾ ਪ੍ਰਕਾਸ਼ ਹੁੰਦਾ ਹੈ। ਕਰੋ ਆਧਾਰਨ ਸਿੱਖਿਅਨ ਕਰਨ, ਲਹੈ ਆਨੰਦ ਦਰਸ਼ਤ ਮਹੀਰਨ। ਆਪ ਉਧਾਰ ਕਰ ਰਹੇ ਹੋ ਮਹਾਰਾਜ, ਸਾਡਾ ਸਚਿਆਰ ਬਣਾ ਰਹੇ ਹੋ ਸਾਨੂੰ। ਪਾਤਸ਼ਾਹ ਸਾਡੀ ਕੁੜਿਆਰ ਦੀ ਮੈਲ ਲਾ ਰਹੇ ਹੋ, ਸਾਨੂੰ ਸਚਿਆਰ ਬਣਾ ਰਹੇ ਹੋ। ਪਾਤਸ਼ਾਹ ਜੀ ਅੱਜ ਦਰਸ਼ਨ ਕੀਤਾ ਹੈ ਨਾ, ਲਹੇ ਆਨੰਦ ਦਰਸ਼ ਤੁਮ ਹੀਰਨ। ਆ ਦਰਸ਼ਨ ਕਰਨ ਲਈ ਤਰਸਦੇ ਸਾਂ, ਤੜਪਦੇ ਸਾਂ, ਦਿਨ ਰਾਤ ਬੇਨਤੀਆਂ ਕਰਦੇ ਸਾਂ, ਇਹ ਆਨੰਦਮਈ ਦਰਸ਼ਨ ਮਿਲਿਆ। ਇਮ ਕਹਿ ਬੋ ਭੀਟ ਚੜਾਵੇ, ਬਿਨੇ ਕਾਮਨਾ ਸਹਿਤ ਸੁਨਾਵੇ। ਇਹ ਬੇਨਤੀਆਂ ਕਰਦੇ ਭਾਵਨਾ ਵਿੱਚ ਭਿੱਜ ਕੇ, ਵਿੱਤ ਮੁਤਾਬਕ ਭੇਟਾ ਰੱਖਦੇ, ਆਪਣੀ ਕਾਮਨਾ ਪੂਰੀ ਕਰਨ ਵਾਸਤੇ ਅਰਜ ਕਰਦੇ। ਕੋਈ ਸਿੱਖ ਕਹੇ ਤਿਨ ਮਾਹੀ, ਜਿਨ ਕਰ ਦੇ ਸ਼ਰਧਾ ਨਾਹੀ। ਹੁਣ ਮਨਮੁਖਾਂ ਦਾ ਜ਼ਿਕਰ ਕਰਦੇ ਹਨ ਜਿਨ੍ਹਾਂ ਦੇ ਅੰਦਰ ਸ਼ਰਧਾ ਨਹੀਂ। ਕਰਮ ਅਨੰਦਤ ਸਭ ਇਨ ਕੀਰੇ, ਮਹਾਭਾਗ ਸੰਤੋਖ ਤਨੇਰੇ। ਕਹਿਣ ਲੱਗੇ ਕਿਹੜੇ ਕਰਮ ਇਹਨਾਂ ਦੇ ਚੰਗੇ ਨੇ, ਅੰਦਰ ਛੁਪ ਕੇ ਰਹਿਣਾ। ਕਹਿਣ ਲੱਗੇ ਕੋਈ ਸ਼ੁਭ ਕਰਮ ਨਹੀਂ ਲੱਗਾ। ਹਾਂ ਇਹ ਸੁਣਿਆ ਕਿ ਮਹਾਭਾਗ ਸੰਤੋਖ ਕਨੇਰੇ, ਬੜੇ ਸੰਤੋਖੀ ਨੇ। ਗੁਰੂ ਤੇਗ ਬਹਾਦਰ ਸਾਹਿਬ ਦੀ ਵਿਚਾਰ ਕਰ ਰਹੇ ਨੇ ਸ਼ਖਸੀਅਤ ਦੀ, ਕਹਿੰਦੇ ਮਹਾ ਸੰਤੋਖੀ ਨੇ। ਤੇ ਸੰਤੋਖੀ ਕੀ ਮੰਗਦਾ? ਵੇਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਕੀਰਤੀ ਕਿਰਤ ਦੀ ਸਫਲਤਾ ਮੰਗਦਾ, ਸਤ ਸੰਗਤ ਕੀਰਤਨੀਆਂ ਕੀਰਤਨ ਮੰਗਦਾ। ਇਸੇ ਪ੍ਰਕਾਰ ਗਿਆਨੀ ਗਿਆਨ ਮੰਗਦਾ, ਤਪੀਸ਼ਵਰ ਤਪ ਮੰਗਦਾ। ਹਰ ਇੱਕ ਸਿੱਖ ਸਿੱਖੀ ਦੀ ਦਾਤ ਫਿਰ ਮੰਗਦਾ, ਤਾਂ ਹੀ ਪਰਪੱਕ ਰਹਿ ਸਕਦਾ। ਤੇ ਭਗਤੀ ਕਰਨ ਵਾਲਾ ਫਿਰ ਭਗਤੀ ਮੰਗਦਾ, ਤਾਂ ਹੀ ਉਹ ਭਗਤੀ ਵਿੱਚ ਪੂਰਾ ਰਹਿ ਸਕਦਾ। ਇਸੇ ਪ੍ਰਕਾਰ ਕਹਿੰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾ ਸੰਤੋਖੀ ਹਨ ਜੀ। ਸਮਦਮ ਸ਼ਾਂਤੀ ਮਦਰ ਬਚਨਾ, ਨਿਜ ਸਰੂਪ ਮੈਂ ਸਦਾ ਪ੍ਰਸੰਨਾ। ਬੜੇ ਕਹਿੰਦੇ ਨਿਜ ਸਰੂਪ ਵਿੱਚ ਟਿਕੇ ਰਹਿੰਦੇ ਨੇ। ਸਮਦਮ ਸ਼ਾਂਤੀ ਮਧੁਰ ਬਚਨਾ, ਬਚਨ ਬੜੇ ਮਿੱਠੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ, ਅੰਦਰ ਬੜੀ ਸ਼ਾਂਤੀ ਹੈ। ਸਹਿਨਸ਼ੀਲ ਮਨ ਰਾਗ ਨਾ ਦਵੈਸ਼, ਸਦਾ ਜਤਿੰਦੈ ਸੋਹੀ ਨਾ ਕਲੇਸ਼। ਕਹਿੰਦੇ ਸਹਿਨਸ਼ੀਲ, ਬੜੀ ਸਹਿਨਸ਼ੀਲਤਾ। ਕੋਈ ਕੁਝ ਵੀ ਕਹਿ ਜਾਏ, ਮਹਾਰਾਜ ਨੂੰ ਕੋਈ ਕੁਝ ਵੀ ਕਹਿ ਜਾਏ, ਬੜੀ ਸਹਿਨਸ਼ੀਲਤਾ। ਮਨ ਵਿੱਚ ਕੋਈ ਰਾਗ ਦਵੈਖ ਨਹੀਂ, ਕੋਈ ਆਪਣਾ ਨਹੀਂ, ਕੋਈ ਬੇਗਾਨਾ ਨਹੀਂ, ਕੋਈ ਦੁਸ਼ਮਣ ਨਹੀਂ, ਕੋਈ ਮਿੱਤਰ ਨਹੀਂ, ਸਾਰੇ ਇੱਕ ਸਮਾਨ ਲੱਗਦੇ ਨੇ। ਸਦਾ ਜਿਤਿੰਦਰੇ, ਇੰਦਰਜੀਤ ਹਨ ਗੁਰੂ ਤੇਗ ਬਹਾਦਰ ਸਾਹਿਬ। ਸ਼ੋਹ ਨਾ ਕਲੇਸ਼, ਕਹਿੰਦੇ ਮਨ ਵਿੱਚ ਕੋਈ ਕਲੇਸ਼ ਨਹੀਂ। ਵੇਖੋ ਜੋ ਮਨ ਵਿੱਚ ਹੁੰਦਾ ਉਹ ਬਾਹਰ ਪ੍ਰਗਟ ਹੋਣਾ ਹੀ ਹੋਣਾ। ਜੇ ਲੜਾਈ ਮਨ ਵਿੱਚ ਹੈ ਤੇ ਬਾਹਰ ਵੀ ਲੜਾਈ ਹੁੰਦੀ ਹੈ। ਜੇ ਮਨ ਵਿੱਚ ਹੀ ਕੋਈ ਕਲੇਸ਼, ਕੋਈ ਲੜਾਈ, ਕੋਈ ਝਗੜਾ ਨਹੀਂ ਤੇ ਬਾਹਰ ਵੀ ਕੋਈ ਝਗੜਾ ਨਹੀਂ, ਸਾਰਿਆਂ ਨਾਲ ਹੀ ਮਿੱਤਰਤਾ ਹੈ। ਜੋ ਮਨ ਵਿੱਚ ਹੈ ਉਹ ਬਾਹਰ ਪ੍ਰਗਟ ਹੋਏਗਾ। ਗੁਰੂ ਨਾਨਕ ਬਾਬਾ ਰੋਜ਼ ਸਮਝਾਉਂਦੇ ਨੇ, ਜੋ ਪਵੈ ਭਾਂਡੇ ਵਿੱਚ ਵਸਤ ਸਾ ਨਿਕਲੈ, ਕਿਆ ਕੋਈ ਕਰੇ ਵਿਚਾਰਾ। ਵਿਚਾਰੇ ਬੰਦੇ ਦੇ ਵੱਸ ਹੀ ਕੋਈ ਨਹੀਂ। ਜੋ ਭਾਂਡੇ ਵਿੱਚ ਪਿਆ ਉਹ ਬਾਹਰ ਪ੍ਰਗਟ ਹੋ ਜਾਏਗਾ। ਜੇ ਹਿਰਦੇ ਦੇ ਭਾਂਡੇ ਵਿੱਚ ਠੱਗੀ ਹੈ ਤੇ ਬਾਹਰ ਠੱਗੀ ਪ੍ਰਗਟ ਹੋ ਜਾਏਗੀ। ਇਸ ਕਰਕੇ ਜੋ ਭਾਂਡੇ ਵਿੱਚ ਪਿਆ ਹੈ ਉਹ ਪ੍ਰਗਟ ਹੋ ਜਾਂਦਾ। ਗੁਰਤਾ ਉਚਿਤ ਜਿਤਕ ਵਡਿਆਈ, ਇਨ ਮੈਂ ਸਭ ਪਈ ਅਤ ਭਲਾਈ। ਕਹਿਣ ਲੱਗੇ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਭਲਾ ਹੀ ਭਲਾ ਹੈ। ਲੁਕਾਈ ਲਈ, ਸਮਾਜ ਲਈ, ਪਰਿਵਾਰ ਲਈ, ਸੰਸਾਰ ਲਈ ਭਲਾ ਹੀ ਭਲਾ ਹੁਣ ਤੱਕ ਕੀਤਾ। ਇਸ ਕਰਕੇ ਗੁਰਤਾ ਗੱਦੀ ਦੀ ਵਡਿਆਈ ਇਹਨਾਂ ਨੂੰ ਮਿਲਣੀ ਚਾਹੀਦੀ ਸੀ। ਇਕ ਸੁਭਾਵ ਇਨ ਧਾਰਨ ਮੌਨ, ਜਾਂ ਤੇ ਗਿਓ ਸਮੀਪ ਨ ਕੌਨ। ਇਹਨਾਂ ਦਾ ਸੁਭਾਅ ਇੱਕ ਸਮਾਨ ਹੈ। ਧਾਰਨ ਮੌਨ, ਚੁੱਪ ਕਰਕੇ ਰਹਿਣਾ, ਸੁਭਾਅ ਇੱਕ ਸਮਾਨ ਹੈ। ਜਿਵੇਂ ਬੱਚੇ ਦਾ ਸੁਭਾਅ ਇੱਕ ਸਮਾਨ ਹੈ, ਉਹ ਸਾਰਿਆਂ ਨਾਲ ਹੀ ਮੁਸਕਰਾ ਲਵੇਗਾ।
ਉਹ ਕਿਸੇ ਨੂੰ ਵੀ ਕੌੜੀ ਨਜ਼ਰ ਨਾਲ, ਬੁਰੀ ਨਜ਼ਰ ਨਾਲ ਨਹੀਂ ਵੇਖਦਾ। ਬੱਚੇ ਦਾ ਸੁਭਾਅ ਮੁਸਕਰਾਉਣਾ ਹੀ ਹੈ। ਬਸ ਇਸੇ ਪ੍ਰਕਾਰ ਭਗਤਾਂ ਦਾ ਸੁਭਾਅ ਵੀ ਸਦਾ ਮੁਸਕਰਾਉਣਾ ਹੈ। ਸਦਾ ਹੀ ਸੁਭਾਅ ਦੇ ਵਿੱਚ ਇੱਕ ਸਮਾਨਤਾ ਬਣੀ ਹੋਈ ਹੈ। ਜੋ ਅੰਦਰ ਹੈ ਉਹ ਬਾਹਰ ਹੈ, ਜੋ ਬਾਹਰ ਹੈ ਉਹ ਅੰਦਰ ਹੈ। ਬੇਨਤੀ ਕਰਾਂ, ਜਿਨ੍ਹਾਂ ਮਹਾਂਪੁਰਸ਼ਾਂ ਦੀ ਬਾਣੀ ਪ੍ਰਵਾਨ ਕੀਤੀ ਗਈ ਉਹ ਅੰਦਰੋਂ ਬਾਹਰੋਂ ਇੱਕ ਸਨ। ਜੋ ਬਾਹਰੋਂ ਸੀ ਅੰਦਰੋਂ ਸੀ, ਜੋ ਅੰਦਰੋਂ ਸੀ ਬਾਹਰੋਂ ਸੀ। ਐਸਾ ਨਹੀਂ ਕਿ ਕੋਈ ਇੱਦਾਂ ਦਾ ਭਗਤ ਹੋਵੇ ਜੋ ਅੰਦਰੋਂ ਕੁਝ ਹੋਵੇ ਬਾਹਰੋਂ ਕੁਝ ਹੋਵੇ। ਉੱਦਾਂ ਦੇ ਭਗਤ ਦੀ ਬਾਣੀ ਲਿਖੀ ਨਹੀਂ। ਜਦੋਂ ਗੁਰੂ ਨਾਨਕ ਬਾਬਾ ਇਸਤਰੀ ਨੂੰ ਬਰਾਬਰੀ ਦੇ ਰਹੇ ਨੇ ਤੇ ਜਿਹੜੇ 4 ਭਗਤ ਆਏ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਸ ਕਿ ਸਾਡੀ ਬਾਣੀ ਵੀ ਲਿਖ ਲਓ, ਉਹਨਾਂ ਵਿੱਚੋਂ ਇੱਕ ਭਗਤ ਸ਼ਾਹ ਹੁਸੈਨ ਨੇ ਕੀ ਕਿਹਾ ਸੀ? ਕਹਿੰਦਾ ਕਾਗਦ ਸੰਦੀ ਪੂਤਰੀ ਤਉ ਨਾ ਤਰਿਆ ਨਿਹਾਰ। ਕਹਿੰਦੇ ਜੀ ਇਸਤਰੀ ਤਾਂ ਕਾਗਜ਼ਾਂ ਦੀ ਵੀ ਪੁਤਲੀ ਬਣਾ ਦਿਓ ਤਾਂ ਵੀ ਬੰਦਾ ਵੇਖ ਕੇ ਕਹਿੰਦਾ ਕਾਮੀ ਹੋ ਜਾਂਦਾ ਹੈ। ਗੁਰਦੇਵ ਸਤਿਗੁਰੂ ਕਹਿੰਦੇ ਤੇਰਾ ਵਿਚਾਰ ਸਾਡੀ ਬਾਣੀ ਦੀ ਵਿਚਾਰ ਨਾਲ ਵਿਚਾਰ ਨਹੀਂ ਮਿਲਦਾ। ਇਸਤਰੀ ਦਾ ਇਸ ਵਿੱਚ ਕਸੂਰ ਨਹੀਂ ਹੈ। ਜੇ ਅਸੀਂ ਬਚਨ ਲਿਖੇ ਨੇ ਕਿ ਤੁਮ ਕਹੀਅਤ ਹੋ ਜਗਤ ਗੁਰ ਸੁਆਮੀ ਹਮ ਕਹੀਅਤ ਕਲਯੁਗ ਕੇ ਕਾਮੀ, ਜੇ ਅਸੀਂ ਇਹ ਲਿਖਿਆ ਤੇ ਉੱਥੇ ਰੱਬ ਬਾਰੇ ਵੀ ਲਿਖਿਆ ਕਿ ਉਹ ਸਾਰੇ ਜਗਤ ਦਾ ਸੁਆਮੀ ਹੈ। ਕੇਵਲ ਇਸਤਰੀ ਨੂੰ ਕਾਮ ਦੀ ਪੁਤਲੀ ਨਹੀਂ ਕਿਹਾ, ਪਰ ਤੂੰ ਆਪਣੀ ਬਾਣੀ ਵਿੱਚ ਕਾਮ ਦੀ ਪੁਤਲੀ ਕਹਿੰਦਾ, ਤੇਰੀ ਬਾਣੀ ਅਸੀਂ ਬਿਲਕੁਲ ਦਰਜ ਨਹੀਂ ਕਰਨੀ ਤੇ ਨਹੀਂ ਕੀਤੀ। 4 ਭਗਤਾਂ ਦੀ ਬਾਣੀ ਦਰਜ ਨਹੀਂ ਹੋਈ। ਕਾਨਾ, ਪੀਲੂ, ਸ਼ਾਹ ਹੁਸੈਨ, ਇਹਨਾਂ 4 ਦੀ ਗੁਰੂ ਸਵਾਰਿਓ ਬਾਣੀ ਦਰਜ ਨਹੀਂ ਹੋਈ। ਕਿਉਂ? ਕਿਉਂਕਿ ਇਹ ਅੰਦਰੋਂ ਬਾਹਰੋਂ ਇੱਕ ਨਹੀਂ ਸਨ। ਉਹਨਾਂ ਦੀ ਬਾਣੀ ਦਰਜ ਕੀਤੀ ਜਿਹੜੇ ਅੰਦਰੋਂ ਬਾਹਰੋਂ ਇੱਕ ਸਨ। ਇੱਥੇ ਕਹਿੰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਇੱਕ ਸੁਭਾਵ ਇਨ ਧਾਰਨ ਮੌਨ, ਤੁਹਾਡਾ ਸੁਭਾਅ ਇੱਕੋ ਹੀ ਹੈ ਚੁੱਪ ਰਹਿਣ ਦਾ। ਜਾਂ ਤੇ ਗਇਓ ਸਮੀਪ ਨਾ ਕੌਣ, ਇਸੇ ਕਰਕੇ ਸੰਗਤ ਤੁਹਾਡੇ ਪਾਸ ਨਹੀਂ ਗਈ, ਬਾਕੀ ਸੋਢੀਆਂ ਕੋਲ ਬਹੁਤ ਵਾਰ ਗਏ ਹਾਂ। ਭੇਦ ਨ ਪਾਏ ਸਕਿਓ ਨ ਕੋਏ, ਉਦਾਸੀਨ ਸਭ ਤੇ ਨਿਤ ਜੋਏ। ਗੁਰੂ ਜੀ ਭੇਦ ਨਹੀਂ ਪਤਾ ਲੱਗਿਆ, ਆਪ ਉਦਾਸੀ ਹੋ ਕੇ ਤਿਆਗੀ ਬੈਰਾਗੀ ਹੋ ਕੇ ਬੈਠੇ ਰਹੇ। ਇਨ ਕੋ ਪਿਤਾ ਬਲੀ ਭੁਜ ਭਾਰੀ, ਜਿਨ ਸਮਾਨ ਨੈ ਅਪਰ ਅਕਾਰੀ। ਸੰਗਤ ਬੇਨਤੀ ਕਰਦੀ ਹੈ ਮਹਾਰਾਜ ਤੁਹਾਡੇ ਪਿਤਾ ਦੀ ਦੇਣ ਬੜੀ ਵੱਡੀ ਹੈ। ਦਲ ਭੰਜਨ ਗੁਰ ਸੂਰਮਾ ਸਨ, 4 ਜੰਗਾਂ ਜਿੱਤ ਕੇ ਪੂਰੀ ਲੋਕਾਈ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਦੀ ਅਣਖ ਨੂੰ ਉਹਨਾਂ ਨੇ ਉੱਚਾ ਕੀਤਾ। ਸੁੰਦਰ ਸ਼ੁਭ ਸਰਬੰਗ ਬਿਲੰਦ, ਮਹਦ ਜੁਗ ਜੈ ਧਾਰਿਕ ਬ੍ਰਿੰਦ। ਸੁੰਦਰਤਾ ਬੜੀ ਸੀ ਕਹਿੰਦੇ 6ਵੇਂ ਪਾਤਸ਼ਾਹ ਦੀ। ਮਹਦ ਜੁਧ ਜੈਤਾ ਰਿਪ ਬ੍ਰਿੰਦ, ਜੁਧ ਜੇਤੂ ਸਨ, ਹਰ ਮੈਦਾਨ ਫਤਿਹ ਪਾ ਲੈਂਦੇ। ਸ਼੍ਰੀ ਗੁਰ ਹਰਗੋਬਿੰਦ ਸੁਖ ਕੰਦ, ਤਿਨ ਕੇ ਸੁਤ ਗੁਣ ਧਾਰੇ ਮਾਨਿੰਦ। ਕਹਿੰਦੇ ਪਿਤਾ ਦਾ ਗੁਣ ਵੱਡਾ ਸੀ, ਮੀਰੀ ਪੀਰੀ ਵਾਲਾ। ਦਾਦੇ ਦਾ ਗੁਣ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਕਿੱਡਾ ਵੱਡਾ ਸੀ, ਬਾਣੀ ਦੇ ਰਚੈਤਾ। ਪੜਦਾਦੇ ਦਾ ਗੁਣ ਸ਼੍ਰੀ ਹਰਿਮੰਦਰ ਸਾਹਿਬ, ਨਗਰ ਉਸਾਰੀ ਕਰਨਾ ਚੱਕ ਰਾਮਦਾਸਪੁਰ। ਕਹਿੰਦੇ ਇਹ ਕੁੱਲ ਹੀ ਮਹਾਨ ਹੈ। ਇਹ ਜਿਹੜੀ ਕੁੱਲ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਕੁੱਲ ਹੈ, ਕਹਿੰਦੇ ਇਹ ਮਹਾਨ ਹੈ, ਮਹਾਨ ਹੈ। ਦੀਰਘ ਦਰਸ਼ਨ ਬਦਨ ਸੁਹਾਵਾ, ਦੀ ਸਮਰਸ ਸਰਲ ਬਨਾਵਾ। ਅੱਜ ਇਹਨਾਂ ਦਾ ਪ੍ਰਤੱਖ ਦਰਸ਼ਨ ਮਿਲਿਆ, ਜਾਰਾ ਰੂਪ ਵਿੱਚ ਦਰਸ਼ਨ ਕਰ ਰਹੇ ਹਾਂ ਤਾਂ ਕਹਿਣ ਲੱਗੇ ਸੁਭਾਅ ਵੀ ਇਹਨਾਂ ਦਾ ਸਰਲ ਹੈ ਔਰ ਸੋਹਣਾ ਸੁੰਦਰ ਇਹਨਾਂ ਦਾ ਸਰੂਪ ਹੈ। ਨੂਰਾਨੀ ਸਰੂਪ ਦਾ ਅੱਜ ਦਰਸ਼ਨ ਮਿਲਿਆ। ਛਪੇ ਰਹੇ ਮੈਂ ਆਪ ਜਨਾਇਓ, ਭੇਦ ਨਹੀਂ ਕਿਨਹੂ ਸਿੱਖ ਪਾਇਓ। ਛੁਪੇ ਰਹੇ, ਆਪਣਾ ਆਪ ਜਨਾਇਆ ਨਹੀਂ, ਪਤਾ ਨਹੀਂ ਲੱਗਣ ਦਿੱਤਾ। ਅੱਜ ਸਿੱਖਾਂ ਦੇ ਵਿੱਚੋਂ ਸਿੱਖ ਨੇ ਬੜੀ ਸ਼ਰਧਾ ਨਾਲ ਪ੍ਰਗਟ ਕੀਤਾ ਹੈ। ਸਿੱਖ ਸ਼ਰਧਾ ਹਿਤ ਪਤਾ ਬਤਾਵਾ, ਸਾਗਰ ਵਿਖੇ ਜਹਾਜ਼ ਲੰਘਾਵਾ। ਸਤਿਗੁਰੂ
ਦਾਤਾਰ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਬੇਨਤੀ ਸਿੱਖ ਦੀ ਸੁਣੀ। ਭਾਈ ਮੱਖਣ ਸ਼ਾਹ ਜੀ ਨੇ ਸ਼ਰਧਾ ਨਾਲ ਅਰਦਾਸ ਪੂਰੀ ਹੋਣ ਤੋਂ ਬਾਅਦ ਸ਼ੁਕਰਾਨਾ ਕੀਤਾ ਆ ਕੇ, ਤੇ ਫਿਰ ਜਦੋਂ ਪਤਾ ਦੱਸਿਆ ਨਾ ਕਿ ਤੇਰਾ ਕਿਰਤ ਵਾਲਾ ਬੇੜਾ ਬੰਨੇ ਲਾਇਆ, ਤੇ ਸਾਰੀ ਸੰਗਤ ਤੇ ਭਾਈ ਮੱਖਣ ਸ਼ਾਹ ਨਿਹਾਲ ਹੋ ਗਏ। ਜਾਂ ਤੇ ਜਹਰ ਭਈ ਜਹਾਨ, ਕਰੇ ਅਨਕ ਸਿੱਖਨ ਕਲਿਆਣ। ਮਹਾਰਾਜ ਅੱਜ ਜ਼ਾਹਰ ਹੋ ਗਏ ਨੇ, ਅੱਜ ਪ੍ਰਗਟ ਹੋ ਗਏ ਨੇ। ਪੂਰੀ ਲੋਕਾਈ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਚਵਰ ਛਤਰ ਤਖਤ ਦੇ ਮਾਲਕ ਹੋਏ ਨੇ। ਸਾਰੇ ਸਿੱਖਾਂ ਨੂੰ ਹੁਣ ਕਲਿਆਣਕਾਰੀ ਜੀਵਨ ਬਖਸ਼ਣਗੇ। ਇਸ ਪ੍ਰਕਾਰ ਸੰਗਤ ਦਰਸੰਤੀ, ਅਨਕ ਭਾਤ ਬਸਤਰਨ ਅਰਪੰਤੀ। ਕੋਈ ਬਸਤਰ ਭੇਟਾ ਕਰਦਾ, ਕੋਈ ਮਾਇਆ ਭੇਟਾ ਕਰਦਾ। ਦਰਸ਼ਨ ਕਰਕੇ ਗੁਰੂ ਦਾ ਆਪਣਾ ਜੀਵਨ ਗੁਰੂ ਚਰਨਾਂ ਨਾਲ ਜੀਵਨ ਜੋੜਦੇ ਹਨ। ਚੌਦਸ ਪੀਰ ਪਈ ਗਵਾਏ, ਬੰਦੇ ਪਾਇਨ ਸੀਸ ਟਕਾਏ। ਮੱਥਾ ਟੇਕਣ ਵਾਲਿਆਂ ਦੀ ਕਤਾਰ ਲੱਗੀ ਰਹਿੰਦੀ ਹੈ। ਮੱਖਣ ਦੋਏ ਚਮਰ ਜੋ ਲਿਆਵਾ, ਦੋ ਦਿਸ ਮੈਂ ਸ਼ੁਭਰੀਤ ਝੁਲਾਵਾ। ਭਾਈ ਮੱਖਣ ਸ਼ਾਹ ਜੀ ਚੌਰ ਸਾਹਿਬ ਵੀ ਲਿਆਏ ਸਨ, ਜੋ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਤੇ ਕੀਤਾ ਗਿਆ। ਸਿੱਖਿਅਨ ਸਤ ਵਾਰ ਤਾਲਾਪ, ਸਤਿਗੁਰ ਕਰਤ ਦਿਪਤ ਪ੍ਰਤਾਪ। ਗੁਰੂ ਤੇਗ ਬਹਾਦਰ ਸਾਹਿਬ ਅੱਜ ਕਈ ਸਾਲਾਂ ਬਾਅਦ ਬੋਲੇ, ਵਾਰਤਾਲਾਪ ਕੀਤਾ, ਬਚਨ ਬਿਲਾਸ ਕੀਤਾ, ਗੁਰੂ ਨਾਨਕ ਦੇ ਘਰ ਦੀ ਸਮਰੱਥਾ ਨੂੰ ਪ੍ਰਗਟ ਕਰ ਦਿੱਤਾ। ਸਭ ਸੋਢੀ ਕੇ ਨਰਤ ਆਏ, ਦੇਖ ਦੇਖ ਮਨ ਅਨਕ ਵਢਾਏ। ਜਿਹੜੇ ਸੋਢੀ ਪਹਿਲੋਂ ਗੁਰੂ ਬਣ ਕੇ ਬੈਠੇ ਸਨ ਉਹ ਵੀ ਆਏ ਨੇ। ਉਹਨਾਂ ਨੇ ਵੀ ਦੇਖਿਆ ਕਿ ਸ਼ਾਂਤੀ ਦੇ ਪੁੰਜ ਹਨ ਗੁਰੂ ਤੇਗ ਬਹਾਦਰ ਸਾਹਿਬ, ਤਿਆਗ ਦੀ ਮੂਰਤ ਹਨ ਗੁਰੂ ਤੇਗ ਬਹਾਦਰ ਸਾਹਿਬ। ਤੇ ਐਸੀ ਚੁੱਪ ਹੈ ਮਹਾਰਾਜ ਦੇ ਜੀਵਨ ਵਿੱਚ ਜਿਵੇਂ ਦਰਖਤ ਦੀ ਚੁੱਪ ਹੁੰਦੀ ਹੈ। ਸ਼ਾਂਤ ਰਹਿਣ ਦਾ ਸੁਭਾਅ ਪਹਿਲੇ ਦਿਨ ਦਾ ਹੀ ਹੈ। ਇਹ ਜਿਹੜੇ ਸੋਢੀ ਸਨ ਇਹ ਵੀ ਆਏ। ਇਹਨਾਂ ਨੇ ਦੇਖਿਆ ਕਿ ਸਾਡਾ ਇੰਨਾ ਟੌਰ ਟੱਪਾ ਨਹੀਂ ਬਣਿਆ, ਸਾਡਾ ਇੰਨਾ ਪ੍ਰਭਾਵ ਨਹੀਂ ਬਣਿਆ, ਸਾਡੇ ਅੱਗੇ ਇੰਨੀਆਂ ਭੇਟਾਂ ਦੇ ਅੰਬਾਰ ਨਹੀਂ ਲੱਗੇ ਜਿੰਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਅੰਬਾਰ ਲੱਗੇ ਹਨ। ਜਿਉਂ ਜਿਉਂ ਬਹੁਤ ਅਪਾਇਨ ਆਵੈ, ਸੰਗਤ ਸਗਰੀ ਸੋ ਤਤ ਸੁਨਾਵੈ। ਸੰਗਤ ਚਰਨਾਂ ਵਿੱਚ ਜੁੜਦੀ ਜਾਂਦੀ ਹੈ, ਭੇਟਾ ਅਰਪਣ ਕਰਦੀ ਹੈ, ਸੰਗਤ ਵਡਿਆਈ ਕਰਦੀ ਹੈ ਕਿ ਪੂਰੇ ਗੁਰੂ ਦਾ ਦਰਸ਼ਨ ਮਿਲ ਗਿਆ ਹੈ। ਇਹ ਵੇਚੀ ਆ ਕੇ ਸੰਗਤ ਦੇ ਜਿਹੜੇ ਸੋਢੀ ਨੇ 22 ਮੰਜੀਦਾਰ, ਉਹਨਾਂ ਦੇ ਮਸੰਦ ਸਿੱਖ, ਹੋਰ ਸਿੱਖ ਆਪ ਆ ਕੇ ਵੇਖਦੇ ਨੇ ਵੀ ਵੇਖੀਏ ਵੀ ਕਿੰਨਾ ਕੁ ਪ੍ਰਭਾਵ ਹੈ। ਜਿਨ੍ਹਾਂ ਦੇ ਲਈ ਭਾਈ ਮੱਖਣ ਸ਼ਾਹ ਨੇ ਕੋਠੇ ਤੇ ਚੜ੍ਹ ਕੇ ਕਿਹਾ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਪਤਾ ਤਾਂ ਕਰੀਏ ਵੀ ਉਹਨਾਂ ਦਾ ਦੀਦਾਰ ਕੈਸਾ, ਗੁਰੂ ਦਾ ਦੀਦਾਰ ਕੈਸਾ, ਗੁਰੂ ਦਾ ਪਿਆਰ ਕੈਸਾ, ਗੁਰੂ ਮਹਾਰਾਜ ਕਿਹੋ ਜਿਹੇ ਨੇ। ਭਾਵੇਂ ਕਿ ਆਪਣੇ ਸ਼ਰੀਕੇ ਵਿੱਚੋਂ ਹੀ ਸਨ, ਵੇਖਣ ਵਾਸਤੇ ਆਉਂਦੇ ਹਨ। ਦਰਬ ਅਗਾਰੀ ਬ੍ਰਿੰਦ ਦਸਾਵੈ, ਤਿਉ ਤਿਉ ਮਤ ਸਰ ਅਦਕ ਪਾਵੈ। ਬਹੁਤ ਸਾਰਾ ਧਨ ਭੇਟਾ ਹੁੰਦਾ ਰਿਹਾ, ਅੰਬਾਰ ਲੱਗਦੇ ਗਏ। ਇਹਨਾਂ ਦੇ ਮਨ ਵਿੱਚ ਮਤਸਰ ਅਦਕ ਉਪਾਵੇ। ਮਤਸਰ ਤੋਂ ਭਾਵ ਕੀਤਾ, ਕਹਿੰਦੇ ਇਹ ਸੋਢੀ ਜਿਹੜੇ ਦੇਖਦੇ ਨੇ ਇਹਨਾਂ ਦੇ ਮਨ ਵਿੱਚ ਈਰਖਾ ਵੱਧਦੀ ਜਾਂਦੀ ਹੈ। ਇਸ ਕੋ ਮਾਨਤ ਹੋ ਤੋ ਨ ਕੋਏ, ਗੁਰਤਾ ਉਚਿਤ ਨ ਕੈਸੀ ਸੋਏ। ਹੁਣ ਗੁਰੂ ਸਵਾਰੇ ਜੀ ਮਨ ਵਿੱਚ ਸੋਚਦੇ ਨੇ ਇਹਨਾਂ ਨੂੰ ਤਾਂ ਕੋਈ ਵੀ ਨਹੀਂ ਜਾਣਦਾ ਸੀ, ਮੰਨਦਾ ਹੀ ਨਹੀਂ ਸੀ ਗੁਰੂ। ਇਹ ਕਿਵੇਂ ਗੁਰਤਾ ਗੱਦੀ ਦੇ ਉਚਿਤ ਹੋ ਗਏ, ਯੋਗ ਕਿਵੇਂ ਬਣੇ। ਮਿਲੇ ਨ ਬੋਲੇ ਕਾਹੂ ਸੰਗ, ਸਮਿਉ ਨ ਮਤ ਨਹੀਂ ਸੁਧ ਅੰਗ। ਨਾ ਕਿਸੇ ਨਾਲ ਮਿਲੇ, ਨਾ ਬੋਲਦੇ, ਨਾ ਗੱਲਬਾਤ ਕਰਦੇ, ਨਾ ਕੋਈ ਸਾਂਝ ਰੱਖਦੇ,
ਤੇ ਇਹਨਾਂ ਦਾ ਤਾਂ ਅੰਦਰ ਛੁਪ ਕੇ ਬੈਠੇ ਰਹਿਣਾ ਹੀ ਹੁਣ ਤੱਕ ਸੁਣਿਆ। ਸਭਨ ਸ਼ੋਰੇ ਗੁਰੂ ਬਨਾਵਾ, ਜਿਸ ਕੋ ਲਖਿਓ ਨ ਜਾਏ ਸੁਭਾਵਾ। ਸਾਰਿਆਂ ਨੂੰ ਛੱਡ ਕੇ ਇਹਨਾਂ ਨੂੰ ਪੂਰਾ ਗੁਰੂ ਬਣਾ ਦਿੱਤਾ। ਕਹਿੰਦੇ ਕਿਹੋ ਜਿਹਾ ਇਹਨਾਂ ਦਾ ਸੁਭਾਅ ਹੋਵੇਗਾ। ਇਹ ਮੱਖਣ ਨੇ ਦੰਭ ਬਨਾਇਓ, ਸਭ ਸਿੱਖਿਅਨ ਕੋ ਲਿਆਏ ਬੁਲਾਇਓ। ਇਹ ਸੋਢੀ ਆਖਣ ਲੱਗੇ ਵੀ ਮੱਖਣ ਸ਼ਾਹ ਨੇ ਦੰਭ ਕਮਾਇਆ, ਪਖੰਡ ਕਮਾਇਆ, ਇਹਨਾਂ ਸਿੱਖ ਸੰਗਤਾਂ ਨੂੰ ਬੁਲਾ ਲਿਆਇਆ ਹੈ। ਇਸ ਕੋ ਕਹਿਤ ਹੋਤੇ ਮਤਵਾਨਾ, ਦੇਖਿਓ ਜਾਂਤੇ ਮਹਿਦ ਅਜਾਨਾ। ਕਹਿਣ ਲੱਗੇ ਅਸੀਂ ਤਾਂ ਇਹ ਸੁਣਿਆ ਤੇ ਦੇਖਿਆ ਤੇ ਕਿਹਾ ਕਿ ਮਤਵਾਲਾ ਹੀ ਹੈ, ਚੁੱਪ ਰਹਿਣ ਵਾਲੇ ਹੀ ਹਨ। ਅਪਰ ਸਭਨ ਕੋ ਕੀਨੇ ਅਨਾਦਰ, ਹੋਤੇ ਸਦੀਵ ਜੋਚਤ ਆਦਰ। ਹਰ ਇੱਕ ਨੇ ਜਦੋਂ ਇਹ ਦੇਖਿਆ, ਇਹ ਸੁਣਿਆ, ਇਹ ਜਾਣਿਆ ਕਿ ਜੇ ਗੁਰੂ ਪਾਤਸ਼ਾਹ ਨੂੰ ਅਸੀਂ ਕਹਾਂਗੇ ਕਿ ਇਹ ਮਤਵਾਲੇ ਨੇ, ਜਾਂ ਅਸੀਂ ਕਹਾਂਗੇ ਵੀ ਇਹ ਅਕਲ ਵਾਲੇ ਨਹੀਂ, ਸਮਝ ਵਾਲੇ ਨਹੀਂ, ਇਹਦੇ ਵਿੱਚ ਤਾਂ ਫਿਰ ਅਨਾਦਰ ਹੈ ਗੁਰੂ ਦਾ ਸਤਿਕਾਰ ਨਾ ਹੋਇਆ। ਫਿਰ ਜੇ ਐਸਾ ਅਸੀਂ ਕਹਾਂਗੇ, ਮਨ ਹੀ ਮਨ ਵਿੱਚ ਇਹ ਬਾਕੀ ਸੋਢੀ ਸੋਚਦੇ ਨੇ ਕਿ ਹੋ ਕਿਵੇਂ ਗਿਆ, ਗੁਰੂ ਤੇਗ ਬਹਾਦਰ ਸਾਹਿਬ ਬੜੀ ਜਲਦੀ ਕਿਵੇਂ ਪ੍ਰਗਟ ਹੋ ਗਏ। ਧੀਰ ਮਲ ਤੇ ਆਦ ਮਹਾਨਾ, ਜਿਸ ਕੋ ਮਾਨੇ ਸ਼ਕਲ ਜਹਾਨਾ। ਬਾਬਾ ਧੀਰ ਮਲ ਜੀ ਨੇ ਬੜਾ ਯਤਨ ਕਰਕੇ ਇੱਥੇ ਵਿਚਾਰ ਨੂੰ ਲਿਆਂਦਾ ਕਿ ਮੇਰੀ ਗੱਲ ਮੰਨੋ। ਤਿਨ ਕੇ ਹੋਵਤੇ ਸਟਿਗਿਆ ਏ, ਧਰੇ ਪਾਇਨ ਪੂਜੇ ਪਾਏ। ਬਾਬਾ ਧੀਰ ਮਲ ਨੇ ਯਤਨ ਕੀਤਾ, ਕਹਿਣ ਲੱਗੇ ਸਮਝਾਓ ਸੰਗਤ ਨੂੰ, ਭੇਟਾ ਅਰਪਣ ਉਧਰ ਨਾ ਕਰਨ, ਭੇਟਾ ਮੇਰੇ ਚਰਨਾਂ ਵਿੱਚ ਆ ਕੇ ਅਰਪਣ ਕਰਨ ਜੀ। ਕਥ ਅਨੀਤ ਸੁਹਾਰੈ ਸੋਏ, ਇਮਤੋ ਚਹੇ ਸਗੁਰੂ ਸੋਏ। ਧੀਰ ਮਲ, ਬਾਬਾ ਧੀਰ ਮਲ ਕਹਿੰਦੇ ਵੀ ਇਹ ਕਿਵੇਂ ਗੁਰੂ ਹੋ ਗਿਆ। ਇਹਨਾਂ ਦਾ ਗੁਰੂ ਹੋਣਾ ਪੂਰੇ ਜਹਾਨ ਨੂੰ ਪ੍ਰਵਾਨ ਨਹੀਂ ਹੋਵੇਗਾ। ਅਸ ਕੈ ਨਿੰਦਕ ਬਹੁਤ ਰਸਾਏ, ਜਾਏ ਸਭਨ ਸੋਢੀ ਜਨਾਏ। ਇਦਾਂ ਫਿਰ ਕੋਈ ਨਿੰਦਾ ਕਰਦਾ, ਕੋਈ ਰੋਸ ਕਰਦਾ, ਕੋਈ ਈਰਖਾ ਕਰਦਾ, ਕੋਈ ਬਾਤਾਂ ਬਣਾਉਂਦਾ, ਕਿਉਂਕਿ ਮਨਮੁਖ ਨੂੰ ਤਾਂ ਬਾਤਾਂ ਦਾ ਹੀ ਸਵਾਦ ਹੁੰਦਾ, ਗੱਲਾਂ ਦਾ ਹੀ ਸਵਾਦ ਹੁੰਦਾ। ਗੱਲੀ ਹੋਂ ਸੁਹਾਗਣ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ। ਗੱਲੀ ਬਾਤੀ ਸੁਹਾਗਣ ਬਣ ਜਾਣਾ, ਗੱਲੀ ਬਾਤੀ ਬਣ ਜਾਣਾ ਮਹਾਨ ਸਿੱਖ। ਇੱਦਾਂ ਦੇ ਤਾਂ ਬਹੁਤ ਨੇ ਗੱਲੀ ਬਾਤੀ, ਪਰ ਆਚਰਨ ਤੌਰ 'ਤੇ ਬਣਨ, ਕਰਮਾਂ ਦੇ ਤੌਰ 'ਤੇ ਬਣਨ। ਜਿਵੇਂ 3 ਸ਼ਬਦ ਗੁਰੂ ਨਾਨਕ ਸਾਹਿਬ ਨੇ ਆਖੇ, ਇੱਕ ਹੁੰਦਾ ਹੈ ਖਾਣਾ ਇੱਜ਼ਤ ਦਾ, ਪਹਿਨਣਾ ਇੱਜ਼ਤ ਦਾ, ਤੇ ਇਸੇ ਪ੍ਰਕਾਰ ਇਹ ਧਰਮ ਕਮਾਉਣਾ ਵੀ ਇੱਜ਼ਤ ਦਾ। ਪਰ ਗੁਰਦੇਵ ਕਹਿੰਦੇ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਗੁਰਦੇਵ ਪਿਤਾ ਕਹਿੰਦੇ ਖਾਣਾ ਪ੍ਰਵਾਨ ਹੈ, ਜੇ ਕਿਤੇ ਖਾਣੇ ਦੇ ਨਾਲ, ਕਮਾਈ ਦੇ ਨਾਲ ਇੱਜ਼ਤ ਵੀ ਹੈ, ਭਾਵ ਗੁਰੂ ਦਾ ਸ਼ੁਕਰ ਵੀ ਨਾਲ ਹੈ, ਗੁਰੂ ਦੀ ਮੱਤ ਚੇਤੇ ਵਿੱਚ ਹੈ। ਤੇ ਜੇ ਜੀਵੇ ਪਤ ਲੱਥੀ ਜਾਏ, ਜੇ ਇੱਜ਼ਤ ਹੀ ਨਹੀਂ, ਸਤ ਸੰਗਤ ਇੱਜ਼ਤ ਹੀ ਨਹੀਂ, ਜੇ ਫਿਰ ਉੱਥੇ ਮਨੁੱਖ ਦੀ ਇੱਜ਼ਤ ਨਹੀਂ ਤੇ ਕੁਝ ਵੀ ਨਹੀਂ, ਕਿਉਂਕਿ ਇਹ ਇੱਜ਼ਤ ਮਾਣ ਸਨਮਾਨ ਮੁੱਲ ਵਿੱਚ ਨਹੀਂ ਮਿਲਦਾ। ਜੇ ਮਿਲਦਾ ਹੁੰਦਾ ਫਿਰ ਅਮੀਰਾਂ ਦਾ ਹੀ ਹੋਣਾ ਸੀ, ਬਾਕੀਆਂ ਦਾ ਨਹੀਂ ਸੀ ਹੋਣਾ। ਇਸ ਵਾਸਤੇ ਇਹ ਇੱਜ਼ਤ ਮਾਣ ਸਨਮਾਨ ਬਣ ਜਾਂਦਾ ਹੈ, ਪਰ ਕਦੋਂ? ਜਦੋਂ ਸਾਡੇ ਨਾਲ ਪਰਮੇਸ਼ਰ ਹੋਵੇ। ਇਹੀ ਗੱਲ ਤਾਂ ਕਲਗੀਧਰ ਪਾਤਸ਼ਾਹ ਨੇ ਸਮਝਾਈ ਹੈ ਕਿ ਮੈਂ ਆਪਣੇ ਸਿੱਖਾਂ ਦੇ ਨਾਲ ਹਰ ਵਕਤ ਹੋਵਾਂਗਾ, ਜਿੱਥੇ ਵੀ ਮੇਰਾ ਖਾਲਸਾ ਮੈਨੂੰ ਯਾਦ ਕਰੇਗਾ। ਜਿੱਥੇ ਹਰ ਅਰਾਧੀ ਹੈ, ਤਿੱਥੇ ਹਰ ਮਿੱਤ ਸਹਾਈ। ਕਿਉਂਕਿ ਗੁਰੂ ਨੂੰ ਚੇਤੇ ਜਿੱਥੇ ਮਰਜ਼ੀ ਕਰੋ। ਆਪ ਮੇਰੇ ਦੀਨ ਦਇਆਲ ਸਤਿਗੁਰੂ ਬੜੀ ਭਾਵਨਾ ਨਾਲ ਸਮਝਣਾ, ਕਰਕੇ ਘੋੜੇ ਤੇ ਸਵਾਰੀ ਕਲਗੀਧਰ ਪਿਤਾ ਤੁਰੰਤ ਪਹੁੰਚ ਜਾਂਦੇ ਨੇ। ਜਿੱਥੇ ਵੀ ਕੋਈ ਚੇਤੇ ਕਰੇ, ਇੱਕ ਖਿੰਨ ਵਿੱਚ, ਇੱਕ ਪਲ ਵਿੱਚ ਪਹੁੰਚ ਜਾਂਦੇ ਨੇ, ਦੇਰ ਨਹੀਂ ਕਰਦੇ ਸੱਚੇ ਪਾਤਸ਼ਾਹ। ਇਸੇ ਪ੍ਰਕਾਰ ਜਿਹੜਾ ਇੱਥੇ ਧੀਰ ਮਲ ਜੀ ਨੇ, ਉਹ ਸੋਚਦੇ ਨੇ
ਕਿ ਇਹ ਇਸ ਪ੍ਰਕਾਰ ਗੁਰੂ ਬਣੇ ਨੇ, ਹੁਣ ਤਾਂ ਅਜੇ ਹੁਣੇ ਭੋਰੇ ਵਿੱਚੋਂ ਨਿਕਲੇ ਨੇ, ਤੇ ਜਿਤਨੀ ਕੋਸ਼ਿਸ਼ ਮੈਂ ਕਰਾਂ ਉਸ ਕੋਸ਼ਿਸ਼ ਨਾਲ ਹੋ ਸਕਦਾ ਕੱਲ ਨੂੰ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਨੇ ਬੋਲਣਾ ਨਹੀਂ, ਗੁਰਿਆਈ ਇਹਨਾਂ ਕੋਲ ਰਹਿਣੀ ਨਹੀਂ, ਤੇ ਗੁਰਿਆਈ ਮੇਰੇ ਕੋਲ ਆ ਜਾਵੇਗੀ। ਐਸਾ ਬਾਬਾ ਧੀਰਮਲ ਸੋਚਦੇ ਹਨ। ਅਸ ਕੈ ਨਿੰਦਕ ਬਹੁਤ ਰਸਾਏ, ਜਾਏ ਸਬਨ ਸੋਢੀਨ ਜਨਾਏ। ਬੜੇ ਨਿੰਦਕ ਬਣ ਗਏ ਆਸ-ਪਾਸ ਤੋਂ। ਉਹਨਾਂ ਨਿੰਦਕਾਂ ਨੂੰ ਇਹ ਨਹੀਂ ਸੀ ਪਤਾ ਵੀ ਸਤਿਗੁਰੂ ਦੀ ਜਦੋਂ ਅਸੀਂ ਨਿੰਦਾ ਕਰਾਂਗੇ ਤਾਂ ਸਤਿਗੁਰੂ ਦਾ ਕੁਝ ਘਟਣ ਨਹੀਂ ਲੱਗਾ ਤੇ ਸਾਡਾ ਸਭ ਕੁਝ ਹੀ ਘਟ ਜਾਏਗਾ, ਸਾਡਾ ਸਾਰਾ ਕੁਝ ਹੀ ਖਤਮ ਹੋ ਜਾਣਾ ਹੈ, ਕਿਉਂਕਿ ਨਿੰਦਕ ਦਾ ਭਾਂਡਾ ਖਾਲੀ ਹੋ ਜਾਂਦਾ ਹੈ, ਉਸ ਦੇ ਸ਼ੁਭ ਗੁਣ ਜਿਹੜੇ ਨੇ ਉਹ ਖਤਮ ਹੋ ਜਾਇਆ ਕਰਦੇ ਨੇ। ਐਸਾ ਹੋਇਆ ਕਰਦਾ। ਇਸ ਕਰਕੇ ਗੁਰਦੇਵ ਪਿਤਾ ਦੇ ਘਰ ਵਿੱਚ ਮਾਂ ਬਾਪ ਵੀ ਨਿੰਦਕ ਨੂੰ ਕਿਹਾ, ਨਿੰਦੋ ਨਿੰਦੋ ਮੋਹ ਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਇਸ ਨਿੰਦਾ ਨਾਲ ਤਾਂ ਸਾਡਾ ਕਹਿੰਦੇ ਭਲਾ ਹੁੰਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ ਭਲਾ ਹੋ ਗਿਆ, ਤੇ ਜਿਹੜੇ ਨਿੰਦਾ ਕਰਨ ਵਾਲੇ ਸਨ ਉਹਨਾਂ ਦਾ ਸਤ ਸੰਗਤ ਕੱਖ ਵੀ ਨਹੀਂ ਰਿਹਾ। ਬਨੇ ਬਨਾਏ ਸਭ ਤੁਮ ਰਹੋ, ਅਬ ਤੇ ਆਗੇ ਭੀਟ ਨਾ ਚਾਹੋ। ਕਹਿਣ ਲੱਗੇ ਜੀ ਅਸੀਂ ਤਾਂ ਬਣੇ ਬਣਾਏ ਗੁਰੂ ਸੀ ਤੇ ਅੱਜ ਸਾਡੇ ਅੱਗੇ ਭੇਟਾ ਦਾ 1 ਰੁਪਈਆ ਵੀ ਨਹੀਂ। ਪਰ ਇੱਥੇ ਦੇਖ ਲਓ, ਕਹਿੰਦੇ ਅੰਬਾਰ ਲੱਗੇ ਪਏ ਹਨ। ਨਹਿ ਕੋ ਆਵੇ ਪਾਸ ਤੁਮਾਰੇ, ਦਰਬ ਨਯਰ ਭੇ ਕਵੇ ਅਗਾਰੇ। ਧੀਰਮਲ ਜੀ ਕਹਿੰਦੇ, ਬਾਬਾ ਧੀਰਮਲ ਜੀ ਕਹਿੰਦੇ ਵੀ ਤੁਹਾਡੇ ਅੱਗੇ ਹੁਣ ਕਿਸੇ ਨੇ ਆ ਕੇ ਭੇਟਾ ਕੋਈ ਨਹੀਂ ਰੱਖਣੀ, ਤਾਂ ਆਪਣੇ ਆਪ ਸੋਚ ਲਓ ਹੁਣ ਆਪਣਾ ਕੀ ਬਣੇਗਾ। ਸ਼੍ਰੀ ਗੁਰੂ ਹਰਗੋਬਿੰਦ ਕੋ ਨੰਦ, ਸਭ ਤੇ ਲਗਪਤ ਚਹੈ ਬਲੰਦ। ਕਹਿੰਦੇ ਸਾਰਿਆਂ ਨਾਲੋਂ ਬਾਅਦ ਵਿੱਚ ਇਹ ਗੁਰੂ ਬਣੇ, ਗੁਰੂ ਤੇਗ ਬਹਾਦਰ ਸਾਹਿਬ, ਤੇ ਸਾਰਿਆਂ ਨਾਲੋਂ ਵੱਡੇ ਗੁਰੂ ਬਣ ਗਏ, ਸਾਰਿਆਂ ਨਾਲੋਂ ਜ਼ਿਆਦਾ ਭੇਟਾ ਲੈ ਕੇ ਬੈਠੇ। ਤਿਸ ਤੇ ਵੱਡੇ 4 ਸੁਤਿਆਨ, ਤਿਸ ਕੋ ਬੰਸ ਚੁਗੁਨੀ ਮਹਾਨ। ਕਹਿਣ ਲੱਗੇ ਜੀ ਇਹਨਾਂ ਤੋਂ 4 ਵੱਡੇ ਭਰਾ ਸਨ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ। ਕਿਸੇ ਨੂੰ ਵੀ ਕਹਿੰਦੇ ਗੁਰਤਾ ਗੱਦੀ ਨਹੀਂ ਮਿਲੀ। ਸਭਨ ਉਲੰਘਤ ਬੈਠਿਓ ਸੋਏ, ਤੇਗ ਬਹਾਦਰ ਮਸਤ ਜੋ ਹੋਏ। ਕਹਿੰਦੇ ਸਾਰਿਆਂ ਭਰਾਵਾਂ ਨੂੰ ਛੱਡ ਕੇ ਗੁਰੂ ਤੇਗ ਬਹਾਦਰ ਸਾਹਿਬ ਮਸਤ ਸੁਭਾਅ ਦੇ ਅੱਜ ਗੁਰਿਆਈ ਦੇ ਤਖਤ ਤੇ ਬੈਠੇ। ਅੰਤਰਗਤ ਮੱਖਣ ਮਿਲ ਗਇਓ, ਮਹਾਪਖੰਡ ਉਠਾਵਨ ਕਿਓ। ਕਹਿਣ ਲੱਗੇ ਬਾਬਾ ਧੀਰਮਲ ਕਿ ਇਹ ਪਖੰਡ ਭਾਈ ਮੱਖਣ ਸ਼ਾਹ ਨੇ ਰਚਿਆ। ਕਹਿਤੇ ਮਿਲ ਕੇ ਕਰੋ ਮਿਰਜ਼ਾਦਾ, ਨਾਹੀਂ ਤਾਂ ਭਇਓ ਸਬਨ ਤੇ ਸਿਆਜਿਆਦਾ। ਆਖਣ ਲੱਗੇ ਜੀ ਆਓ ਮਿਲ ਕੇ ਚਲੀਏ, ਆਪਾਂ ਰੋਕੀਏ ਮਹਾਰਾਜ ਨੂੰ ਵੀ ਅਸੀਂ ਵੀ ਸੋਢੀਆਂ ਤੁਸੀਂ ਵੀ ਸੋਢੀਓ, ਤੁਹਾਡਾ ਤਾਂ ਹੱਕ ਕੋਈ ਨਹੀਂ, ਤੁਹਾਡੇ 4 ਭਰਾ ਨਹੀਂ ਗੱਦੀ ਤੇ ਬੈਠੇ, 5ਵਾਂ ਕਿਵੇਂ ਬਹਿ ਜਾਏ। ਬਾਬਾ ਧੀਰਮਲ ਜੀ ਕਹਿੰਦੇ ਚਲੀਏ ਜਾ ਕੇ ਮਰਿਆਦਾ ਦਸੀਏ ਗੁਰੂ ਤੇਗ ਬਹਾਦਰ ਸਾਹਿਬ ਨੂੰ, ਨਾਹੀਂ ਤਾਂ ਭਇਓ ਸਭਨ ਤੇ ਜ਼ਿਆਦਾ, ਨਹੀਂ ਤਾਂ ਸਾਡੇ ਸਾਰਿਆਂ ਨਾਲੋਂ ਉਹ ਅੱਗੇ ਲੰਘ ਗਿਆ ਜੇ। ਸੁਨਤ ਸਭਨ ਸੋਢੀ ਨ ਵਿਚਾਰਾ, ਕਬ ਨ ਉਠਾਵੇਂ ਗੁਰਤਾ ਭਾਰਾ। ਸਮੁੱਚੇ ਸੋਢੀ ਸੋਚਦੇ ਨੇ 22 ਮੰਜੀਦਾਰ ਦਾਅਵੇਦਾਰ, ਇਹਨਾਂ ਨੂੰ ਗੁਰਤਾ ਗੱਦੀ ਦਾ ਭਾਰ ਨਾ ਉਠਾਉਣ ਦੇਈਏ। ਲੈਣ ਦੇਣ ਕੀ ਅਕਲ ਨ ਕੋਈ, ਬੋਲਬ ਕੀ ਸਮਰੱਥ ਨ ਹੋਈ। ਹੁਣ ਤੱਕ ਤਾਂ ਕਿਸੇ ਸਿੱਖ ਨਾਲ ਬੋਲੇ ਚੱਲੇ ਨਹੀਂ, ਹੁਣ ਤੱਕ ਤਾਂ ਲੈਣ ਦੇਣ ਦੀ ਅਕਲ ਨਹੀਂ ਇਹਨਾਂ ਨੂੰ ਹੋਈ। ਸਿੱਖਿਅਨ ਕੋ ਦੇਵੇ ਉਪਦੇਸ਼, ਇਤਿਆਦਿਕ ਕੋ ਲਖੇ ਨਲੇਸ। ਇਹ ਸਿੱਖਾਂ ਨੂੰ ਕੀ ਉਪਦੇਸ਼ ਦੇ ਲੈਣਗੇ। ਧੀਰਮਲ ਜੀ ਕਹਿੰਦੇ ਬਈ ਇਹ ਸਿੱਖਾਂ ਨੂੰ ਕੀ ਉਪਦੇਸ਼ ਦੇਣਗੇ, ਇਹਨਾਂ ਨੂੰ ਤਾਂ ਲੈਣ ਦੇਣ ਦੀ ਅਕਲ ਕੋਈ ਨਹੀਂ, ਇਹ ਤਾਂ ਮਸੰਦਾਂ ਨਾਲ ਨਹੀਂ ਵਰਤਦੇ, ਇਹ ਤਾਂ ਮਸੰਦਾਂ ਨੂੰ ਬੁਲਾਉਂਦੇ ਨਹੀਂ, ਉਹਨਾਂ ਮਸੰਦਾਂ ਨੂੰ ਆਪਣੇ ਪੈਰਾਂ ਨਾਲ ਨਹੀਂ ਜੋੜਦੇ। ਅਸੀਂ ਤਾਂ ਬੜੇ ਯਤਨ ਕੀਤੇ ਨੇ, ਮਸੰਦਾਂ ਨੂੰ ਪਾਲਿਆ ਹੋਇਆ, ਸਾਡੇ ਪਾਲੇ ਹੋਏ ਮਸੰਦ ਨੇ, ਮੌਜਾਂ ਮਾਣਦੇ ਨੇ। ਬਾਬਾ ਧੀਰਮਲ ਕਹਿੰਦੇ ਇਹਨਾਂ ਨੇ ਤਾਂ ਕਦੇ ਮਸੰਦਾਂ ਨੂੰ ਬੁਲਾਇਆ ਤੱਕ ਨਹੀਂ। ਧਰੇ ਮੌਨ ਘਰ ਬੈਠਿਓ ਰਹਿ, ਜਗ ਵਿਹਾਰ ਤਤ ਸੋਲ ਹੈ। ਇਹ ਤਾਂ ਘਰ ਮੌਨ ਧਾਰ ਕੇ ਬੈਠੇ ਰਹਿ,
ਇਹਨਾਂ ਨੂੰ ਜਗਤ ਦੇ ਵਿਵਹਾਰ ਦਾ ਹੀ ਪਤਾ ਨਹੀਂ, ਸੰਸਾਰ ਦਾ ਪਤਾ ਨਹੀਂ। ਇਕ ਮੱਖਣ ਕੀ ਦਿਸ਼ ਕੋ ਦੇਖ, ਸੰਗਤ ਦੀਨ ਸਪੀਟ ਅਸੇਖ। ਇੱਕ ਭਾਈ ਮੱਖਣ ਸ਼ਾਹ ਦੇ ਕਹਿਣ ਤੇ ਸਿੱਖ ਸੰਗਤਾਂ ਨੇ ਭੇਟਾ ਦਾ ਅੰਬਾਰ ਲਾ ਦਿੱਤਾ ਹੈ। ਜਬ ਇਹ ਚਲੇ ਜਾਏ ਨਿਜ ਦੇਸ਼, ਦੇ ਪਾਇਨ ਕੋ ਨਾਲੇਸ਼। ਕਹਿਣ ਲੱਗੇ ਸਾਨੂੰ ਕਿਸੇ ਨੇ ਭੇਟਾ ਨਹੀਂ ਦੇਣੀ, ਸਾਰਿਆਂ ਨੇ ਵੇਖੋ ਵੇਖੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਹੀ ਭੇਟਾ ਦੇਣੀ ਹੈ। ਹੁਣ ਇਹ ਇਲਾਕਾ ਸਾਡਾ, ਇਹ ਇਲਾਕਾ ਗੁਰੂ ਤੇਗ ਬਹਾਦਰ ਸਾਹਿਬ ਦਾ ਨਹੀਂ। ਕਹਿਣ ਲੱਗੇ ਆਪਾਂ ਇਹਨਾਂ ਨੂੰ ਕਹੀਏ ਇਹ ਚੱਲਿਓ ਜਾਏ ਨਿਜ ਦੇਸ਼, ਇਹ ਆਪਣੇ ਇਲਾਕੇ ਵਿੱਚ ਹੋਰ ਕਿਤੇ ਚਲੇ ਜਾਣ। ਸਭ ਹਟ ਜਹ ਜਾਏ ਨ ਕੋਈ, ਜਾਨ ਜਾਏ ਜੈਸੋ ਇਹ ਹੋਈ। ਕਹਿਣ ਲੱਗੇ ਜੀ ਜਦੋਂ ਇਹ ਇੱਥੋਂ ਬਕਾਲੇ ਤੋਂ ਚਲੇ ਜਾਣਗੇ, ਬਕਾਲੇ ਸ਼ਹਿਰ ਤੋਂ ਚਲੇ ਜਾਣਗੇ, ਫਿਰ ਇਹਨਾਂ ਦੇ ਪਿੱਛੇ ਤਾਂ ਕਿਸੇ ਨੇ ਜਾਣਾ ਨਹੀਂ। ਉਸ ਹਿਸਾਬ ਨਾਲ ਕੁਝ ਨਾ ਕੁਝ ਤਾਂ ਸਾਡੇ ਪਾਸ ਆ ਜਾਵੇਗਾ। ਅਬ ਮੱਖਣ ਕੇ ਕਹਿਵੇ ਕਰਕੇ, ਪਰਖੇ ਬਿਨ ਸ਼ਰਧਾ ਉਰ ਧਰ ਕੇ। ਪਿਆਰ ਵਾਲੇ ਭਾਈ ਮੱਖਣ ਸ਼ਾਹ ਨੇ ਕਹਿੰਦੇ ਪਤਾ ਨਹੀਂ ਕਿਹੜੀ ਪਰਖ ਕੀਤੀ ਹੈ, ਕਿਹੜੀ ਪਰਖ ਨਹੀਂ ਕੀਤੀ, ਬਸ ਇੱਕ ਸ਼ਰਧਾ ਲੈ ਕੇ ਆ ਗਿਆ, ਕੋਠੇ ਤੇ ਚੜ੍ਹ ਕੇ ਰੌਲਾ ਪਾ ਕੇ ਤੇ ਕਹਿ ਦਿੱਤਾ ਵੀ ਪੂਰਾ ਗੁਰੂ ਹੈ, ਪੂਰਾ ਗੁਰੂ ਹੈ। ਈਰਖਾ ਵਾਸਤੇ ਬਾਬਾ ਧੀਰਮਲ ਕਹਿ ਰਹੇ ਨੇ, ਕਹਿੰਦੇ ਕੋਠੇ ਤੇ ਚੜ੍ਹ ਕੇ ਕਹਿ ਦੇਣ ਨਾਲ ਕੋਈ ਗੁਰੂ ਨਹੀਂ ਬਣ ਜਾਂਦਾ। ਦਈ ਪਾਇਨ ਮਾਨਿਓ ਇਹੀ, ਇੱਕ ਵਾਰ ਹੀ ਪੁਨਹ ਵੈ ਨਹੀਂ। ਆਖਣ ਲੱਗੇ ਇੱਕ ਵਾਰ ਦਸਵੰਧ ਦੀ ਭੇਟਾ ਦੇ ਦਿੱਤੀ ਤੇ ਉਸਨੇ ਮੰਨ ਲਿਆ, ਮੱਖਣ ਸ਼ਾਹ ਨੇ ਗੁਰੂ ਇਹ ਹੈ, ਤੇ ਇੱਦਾਂ ਬਾਕੀਆਂ ਨੇ ਵੀ ਗੁਰੂ ਮੰਨ ਲਿਆ। ਇਹ ਹੁਣ ਈਰਖਾ ਵਸ ਬਾਬਾ ਧੀਰਮਲ ਸਭ ਕੁਝ ਕਰ ਰਹੇ ਨੇ। ਇੱਕ ਵਾਕ ਪੜ੍ਹਨ ਤੇ ਚਿੱਤ ਕਰਦਾ, ਗੁਰੂ ਅਮਰਦਾਸ ਪਾਤਸ਼ਾਹ ਬਚਨ ਕਰਦੇ ਨੇ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਉਸ ਦੇ ਆਖਿਆਂ ਕੋਈ ਨਾ ਲੱਗੇ ਨਿਤ ਉਜਾੜੀ ਪੁਕਾਰੇ ਖਲਾ। ਮਹਾਰਾਜ ਕਹਿੰਦੇ ਜਿਹੜਾ ਈਰਖਾ ਕਰਦਾ ਪਰਾਈ ਤਾਤ ਤੋਂ ਭਾਵ ਹੈ ਈਰਖਾਲੂ। ਜਿਹੜਾ ਬੰਦਾ ਈਰਖਾ ਕਰਦਾ ਸੰਸਾਰ ਵਿੱਚ ਨਾ, ਉਸ ਦਾ ਕਦੇ ਨਾ ਹੋਵੀ ਭਲਾ, ਉਹਦਾ ਭਲਾ ਕਦੇ ਨਹੀਂ ਹੁੰਦਾ। ਇੱਥੋਂ ਤੱਕ ਉਹ ਇਕੱਲਾ ਰਹਿ ਜਾਂਦਾ। ਉਸ ਦੇ ਆਖਿਆਂ ਕੋਈ ਨਾ ਲੱਗੇ ਨਿਤ ਉਜਾੜੀ ਪੁਕਾਰੇ ਖਲਾ, ਉਹਦੇ ਆਖੇ ਵੀ ਕੋਈ ਨਹੀਂ ਲੱਗਦਾ, ਉਹਦੀ ਗੱਲ ਪੂਰੀ ਨਹੀਂ ਹੁੰਦੀ ਸੰਸਾਰ ਵਿੱਚ। ਉਜਾੜ ਵਿੱਚ ਖੜੋਤਾ ਕਹਿੰਦਾ ਕੁਝ ਪਰ ਸੁਣਦਾ ਕੋਈ ਨਹੀਂ। ਤੇ ਸਤ ਸੰਗਤ ਸਤਿਗੁਰੂ ਜੀ ਇਸੇ ਕਰਕੇ ਸਾਨੂੰ ਅੰਮ੍ਰਿਤ ਬਾਣੀ ਵਿੱਚ ਸਮਝਾਉਂਦੇ ਨੇ, ਜੋ ਹੁਣ ਈਰਖਾਲੂ ਹੈ, ਨਿੰਦਕ ਹੈ, ਤੇ ਤੀਜਾ ਉਸ ਦੇ ਵਿੱਚ ਔਗਣ ਹੈ ਕੂੜ ਦਾ। ਉਹ ਜਿਹੜਾ ਕੂੜ ਹੈ ਉਹ ਉਸ ਨੂੰ ਡੋਬਦਾ, ਝੂਠ ਕਰਕੇ ਡੁੱਬਦਾ, ਈਰਖਾ ਕਰਕੇ ਡੁੱਬਦਾ, ਨਿੰਦਾ ਕਰਕੇ ਡੁੱਬਦਾ। ਤੇ ਗੁਰੂ ਨੂੰ ਤਰਸ ਆਉਂਦਾ, ਮਹਾਰਾਜ ਫਿਰ ਬਿਆਨ ਕਰ ਦਿੰਦੇ ਨੇ, ਕਹੋ ਕਬੀਰ ਹਮ ਉਤਰੇ ਪਾਰ ਨਿੰਦਕ ਡੂਬਾ। ਕਹਿਣ ਲੱਗੇ ਕਹੇ ਕਬੀਰ ਇਹ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਕਬੀਰ ਕਹਿੰਦੇ ਮੈਂ ਤਾਂ ਪਾਰ ਲੰਘ ਗਿਆ, ਨਿੰਦਕ ਡੁੱਬ ਗਿਆ। ਤੇ ਇਸੇ ਪ੍ਰਕਾਰ ਹੋਰ ਪ੍ਰਮਾਣ ਵੀ ਬਾਣੀ ਅੰਦਰ ਦਿੱਤਾ ਗਿਆ ਹੈ, ਜਿੱਥੇ ਮਹਾਰਾਜ ਜੀ ਕਹਿੰਦੇ ਨੇ ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈ ਪੂਰ, ਨਾਨਕ ਵਖਾਣੈ ਬੇਨਤੀ ਤੁਧ ਬਾਝ ਕੂੜੋ ਕੂੜ। ਐ ਦਾਤਾ ਤੇਰੇ ਤੋਂ ਬਿਨਾਂ ਬਾਕੀ ਸਭ ਕੁਝ ਝੂਠ ਦਾ ਪਸਾਰਾ ਹੈ। ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਝੂਠ ਦਾ, ਈਰਖਾ ਦਾ, ਨਿੰਦਾ ਦਾ, ਦਵੈਸ਼ ਦਾ, ਬੁਰੇ ਕਰਮਾਂ ਦਾ ਸਹਾਰਾ ਨਹੀਂ ਜੀਵਨ ਵਿੱਚ ਲੈਣਾ, ਸਹਾਰਾ ਸੱਚ ਦਾ ਲੈਣਾ, ਸੱਚੇ ਪਾਤਸ਼ਾਹ ਦਾ ਸਹਾਰਾ ਲੈਣਾ। ਗੁਰੂ ਤੇਗ ਬਹਾਦਰ ਸਾਹਿਬ ਰੂਪੀ ਸੂਰਜ ਉਦੇ ਹੋਇਆ। ਬਾਕੀ ਜਿਤਨੇ ਵੀ ਸੋਢੀਆਂ ਦੇ ਆਪੋਂ ਬਣੇ ਗੁਰੂ ਸਨ, ਉਹ ਸਾਰੇ ਆਪਣਾ ਬੋਰੀ ਬਿਸਤਰਾ ਲੈ ਕੇ ਪਾਸੇ ਹਟਣ ਲੱਗੇ ਨੇ। ਉਗੜ ਗਿਆ ਜੈਸੇ ਖੋਟਾ ਢਬੂਆ, ਨਦਰ ਸਰਾਖਾਂ ਆਇਆ। ਇਹ ਖੋਟੇ ਸਨ, ਖਰੇ ਨਹੀਂ ਸਨ।
ਤੇ ਖਰਿਆਂ ਵਿੱਚੋਂ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਸਨ, ਜਿਨ੍ਹਾਂ ਦੇ ਹਿਰਦੇ ਵਿੱਚ ਸ਼ਬਦ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਬਾਣੀ ਹੈ। ਇਸੇ ਲੜੀ ਦੇ ਪ੍ਰਕਰਨ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਵਿਚਾਰਾਂਗੇ। ਭੁੱਲਾਂ ਦੀ ਮਾਫੀ ਬਖਸ਼ ਦੇ।